ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਗੁਰੂ ਖਾਲਸਾ ਜੀਓ, ਇਸ ਦੇਹੀ ਤੇ ਜੋ ਰਹੇ ਅਲਪਤਾ, ਤਿਸ ਜਨ ਕੀ ਪੂਰਨ ਘਾਲੀ ਹੈ। ਇਹ ਪੰਗਤੀ ਇਸ ਗੱਲ ਦੀ ਨਿਸ਼ਾਨੀ ਹੈ, ਜਦੋਂ ਸਾਨੂੰ ਭਗਤੀ ਕਰਦਿਆਂ ਕਰਦਿਆਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਬਹੁਤ ਉੱਚੀ ਅਵਸਥਾ, ਪਰਮ ਪਦ ਦੀ ਅਵਸਥਾ ਬਣ ਜਾਂਦੀ ਹੈ। ਹੁਣ ਗੁਰੂ ਸਾਹਿਬ ਤੋਂ ਪੁੱਛਦੇ ਹਾਂ, ਮਹਾਰਾਜ ਸਾਡੀ ਭਗਤੀ ਪੂਰਨ ਕਦੋਂ ਹੋਵੇਗੀ? ਕਦੋਂ ਸਾਡਾ ਸਿਮਰਨ ਪੂਰਾ ਹੋ ਜਾਵੇਗਾ? ਤਾਂ ਉਹ ਜਵਾਬ ਇਹ ਪੰਕਤੀ ਨਾਲ ਦੇਣਗੇ, ਇਸ ਦੇਹੀ ਤੇ ਜੋ ਰਹੀ ਅਲਪਤਾ, ਤਿਸ ਜਨ ਕੀ ਪੂਰਨ ਘਾਲੀ ਹੈ। ਜੇ ਸਾਡੀ ਜਦੋਂ ਜੀਵ ਆਤਮਾ ਜਾਨ ਰੂਹ ਜਿਸ ਨੂੰ ਅਸੀਂ ਕਹਿੰਦੇ ਹਾਂ, ਇਹ ਸਾਡੇ ਹੱਡ ਮਾਸ ਦੇ ਸਰੀਰ ਤੋਂ ਅਲੱਗ ਹੋਣ ਲੱਗ ਜਾਵੇ। ਜਿਸ ਵਿਅਕਤੀ ਦੀ ਜੀਵ ਆਤਮਾ ਜਾਨ ਹੱਡ ਮਾਸ ਤੇ ਸਰੀਰ ਤੋਂ ਅਲੱਗ ਹੋਣ ਲੱਗ ਜਾਵੇ, ਉਸ ਦੀ ਭਗਤੀ ਪੂਰੀ ਹੋ ਗਈ। ਉਹ ਸਮਝ ਲਓ ਉਹਦਾ ਜੀਵਨ ਸਿਮਰਨ ਹੈ। ਗੁਰਮੁਖ ਹੱਸੇ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੈ। ਜੋ ਕਰਦਾ ਉਹ ਪਰਮਾਤਮਾ ਦੀ ਭਗਤੀ ਹੈ। ਇਹ ਸਰੀਰ ਤੋਂ ਜੀਵ ਆਤਮਾ ਅਲੱਗ ਹੋਣ ਲੱਗ ਜਾਂਦੀ ਹੈ। ਜਿਵੇਂ ਨੌਵੇਂ ਪਾਤਸ਼ਾਹ ਜੀ ਮੱਖਣ ਸ਼ਾਹ ਦੇ ਜਹਾਜ਼ ਨੂੰ ਸਮੁੰਦਰ 'ਚ ਡੁੱਬਣ ਤੋਂ ਬਚਾਉਣ ਗਏ। ਉਹਨੇ ਉੱਥੇ 500 ਮੋਹਰ ਸੁੱਖੀ ਸੀ ਵੀ ਜੋ ਵੀ ਗੁਰਗੱਦੀ ਤੇ ਬੈਠਾ ਹੋਵੇਗਾ ਮੈਂ 500 ਮੋਹਰ ਮੱਥਾ ਟੇਕਾਂਗਾ। ਜਦੋਂ ਉਹ ਬਾਬੇ ਬਕਾਲੇ ਪਹੁੰਚਿਆ ਤਾਂ ਉੱਥੇ ਬਹੁਤ ਗੁਰੂ ਬਣੇ ਬੈਠੇ ਸਨ। ਪਰਖ ਕਰਨ ਵਾਸਤੇ ਉਹ ਹਰੇਕ ਦੇ ਮੂਹਰੇ 2 ਮੋਹਰਾਂ ਮੱਥਾ ਟੇਕਦਾ ਸੀ। ਜਿਹੜਾ ਗੁਰੂ ਪੂਰਨ ਹੋਵੇਗਾ ਆਪੇ ਕਹੇਗਾ ਅੰਬਦੀ ਤੂੰ ਤਾਂ 500 ਸੁੱਖੀ ਸੀ। ਜਦੋਂ ਕਿਸੇ ਨੇ ਕੋਈ ਜਵਾਬ ਨਾ ਦਿੱਤਾ, 2 ਮੋਹਰਾਂ ਪ੍ਰਵਾਨ ਕਰਦੇ ਗਏ। ਜਦੋਂ ਤੇਗ ਬਹਾਦਰ ਜੀ ਮੂਹਰੇ 2 ਮੋਹਰਾਂ ਰੱਖੀਆਂ ਤਾਂ ਗੁਰੂ ਸਾਹਿਬ ਨੇ ਕਿਹਾ, ਭਾਈ ਤੂੰ ਤਾਂ 500 ਮੋਹਰ ਸੁੱਖੀ ਸੀ। ਆਹ ਦੇਖ ਸਾਡਾ ਮੋਢਾ ਲਾਲ ਹੋਇਆ ਪਿਆ ਤੇਰੇ ਜਹਾਜ਼ ਨੂੰ ਬਚਾਉਂਦਿਆਂ। ਉਸ ਵੇਲੇ ਫਿਰ ਉਸਨੇ ਕੋਠੇ ਤੇ ਚੜ੍ਹ ਕੇ ਗੁਰੂ ਲਾਹਦੋ ਰੇ ਦਾ ਰੌਲਾ ਪਾਇਆ। ਲੋਕਾਂ ਨੂੰ ਦੱਸਿਆ ਵੀ ਗੁਰੂ ਆਹ ਵਾ ਅਸਲੀ ਗੁਰੂ। ਬਾਬਾ ਰਾਮ ਰਾਏ 7ਵੇਂ ਪਾਤਸ਼ਾਹ ਦੇ ਪੁੱਤਰ, ਉਹ ਖੰਡਾਂ ਬਰਵੰਡਾਂ 'ਚ ਘੁੰਮਣ ਚਲੇ ਜਾਂਦੇ ਸਨ। 2-2 3-3 ਦਿਨ ਮੁੜਦੇ ਨਹੀਂ ਸਨ। ਆਪਣੇ ਸਰੀਰ ਨੂੰ ਮੰਜੇ ਤੇ ਪਾ ਕੇ ਮਾਤਾ ਪੰਜਾਬ ਕੌਰ ਨੂੰ ਕਹਿ ਦਿੰਦੇ ਸਨ, ਉਹਨਾਂ ਦੀ ਪਤਨੀ, ਸਰੀਰ ਦਾ ਖਿਆਲ ਰੱਖੀ, ਅਸੀਂ 2 ਦਿਨ 3 ਦਿਨ ਮੁੜਨਾ ਨਹੀਂ। ਫਿਰ ਆ ਕੇ 2-3 ਦਿਨਾਂ ਬਾਅਦ ਆ ਕੇ ਫਿਰ ਸਰੀਰ ਵਿੱਚ ਪ੍ਰਵੇਸ਼ ਹੋ ਜਾਂਦੇ ਸਨ। ਅਖੀਰ ਵੇਰੀ ਕਿਹਾ ਵੀ ਅਸੀਂ 8-10 ਦਿਨ ਨਹੀਂ ਮੁੜਨਾ, ਖਿਆਲ ਰੱਖੀ। ਪਰ ਤੀਜੇ ਚੌਥੇ ਦਿਨ ਮਸੰਦਾ ਨੇ ਰੌਲਾ ਪਾ ਦਿੱਤਾ, ਮਰ ਗਿਆ। ਮਾਤਾ ਨੇ ਬਹੁਤ ਕਿਹਾ ਵੀ ਮਰਿਆ ਨਹੀਂ, ਇਹ ਤਾਂ ਅੱਗੇ ਵੀ ਜਾਂਦਾ, ਇਹਨੇ ਮੁੜਿਆ ਆਉਣਾ। ਉਹਨਾਂ ਨੇ ਚੱਕ ਕੇ ਇਸ਼ਨਾਨ ਕਰਾ ਕੇ ਚਿਖਾ ਚਿਣ ਕੇ ਅਗਨ ਭੇਂਟ ਕਰ ਦਿੱਤਾ। ਉਧਰ ਬਾਬਾ ਜੀ ਨੂੰ ਪਤਾ ਲੱਗਿਆ। ਉਹਨਾਂ ਨੇ ਆ ਕੇ ਸਰੀਰ ਵਿੱਚ ਦਾਖਲ ਹੋ ਕੇ ਪ੍ਰਵੇਸ਼ ਕਰਕੇ ਚਿਖਾ 'ਚੋਂ ਬੋਲੇ ਵੀ ਤੁਸੀਂ ਮੈਨੂੰ ਜਿਉਂਦੇ ਨੂੰ ਸਾੜਿਆ, ਤੁਹਾਨੂੰ ਵੀ ਜਿਉਂਦਿਆਂ ਸਾੜਨਾ ਪਏਗਾ। ਸੋ ਇਹ ਸਰੀਰ ਤੋਂ ਜੀਵ ਆਤਮਾ ਅਲੱਗ ਹੋਣ ਲੱਗ ਜਾਂਦੀ ਹੈ। ਸਮਝਣ ਵਾਸਤੇ ਜਿਵੇਂ ਇੱਕ ਸਕੂਲ ਹੁੰਦਾ ਹੈ, ਸਕੂਲ 4-5 ਕਿੱਲਿਆਂ 'ਚ ਹੋ ਸਕਦਾ, ਪਰ ਉਸ ਦਾ ਕੇਂਦਰ ਕਿੱਥੇ ਹੈ?
ਜਿੱਥੇ ਪ੍ਰਿੰਸੀਪਲ ਬਹਿੰਦਾ ਹੈ। ਸਾਰੇ ਸਕੂਲ ਦਾ ਕੇਂਦਰ ਉੱਥੇ ਹੈ, ਕੰਟਰੋਲ ਉੱਥੋਂ ਹੁੰਦਾ ਸਕੂਲ। ਜਾਂ ਕੋਈ ਫੈਕਟਰੀ 100 ਕਿੱਲੇ 'ਚ ਹੋ ਸਕਦੀ ਹੈ, ਉਸ ਦਾ ਕੇਂਦਰ ਕਿੱਥੇ ਹੈ? ਜਿੱਥੇ ਮੈਨੇਜਰ ਜਾਂ ਮਾਲਕ ਬਹਿੰਦਾ, ਉਸ ਦਫ਼ਤਰ ਤੋਂ ਕੰਟਰੋਲ ਕੀਤਾ ਜਾਂਦੀ ਹੈ ਸਾਰੀ ਫੈਕਟਰੀ, ਉਹ ਕੇਂਦਰ ਹੈ। ਇਸ ਤਰ੍ਹਾਂ ਸਾਡੇ ਸਰੀਰ ਵਿੱਚ ਜਾਨ ਸਾਰੇ ਸਰੀਰ ਵਿੱਚ ਹੈ, ਪੈਰ ਤੋਂ ਲੈ ਕੇ ਅੰਗੂਠੇ ਤੋਂ ਲੈ ਕੇ ਸਿਰ ਤੱਕ। ਪਰ ਇਹਦਾ ਕੇਂਦਰ ਕਿੱਥੇ ਹੈ? ਇਹ ਕੇਂਦਰ ਜਿਹੜਾ ਆਮ ਸਧਾਰਨ ਵਿਅਕਤੀ ਹੈ ਸਾਡੇ ਵਰਗਾ, ਉਸ ਦਾ ਕੇਂਦਰ ਧੁੰਨੀ ਦੇ ਥੱਲੇ ਹੁੰਦਾ ਹੈ। ਇਸ ਨੂੰ ਕੁੰਡਲਨੀ ਵੀ ਕਹਿੰਦੇ ਹਨ, ਕਿਉਂਕਿ ਸੱਪ ਵਾਂਗੂ ਇਹਨੇ ਕੁੰਡਲੀ ਮਾਰੀ ਹੋਈ ਹੈ ਜੀਵ ਆਤਮਾ ਨੇ। ਜਿਹੜੇ ਭਗਤ ਸਾਹਿਬਾਨ ਹੋਏ ਹਨ, ਇਹਨਾਂ ਦਾ ਵੀ ਜਨਮ ਵੇਲੇ ਕੇਂਦਰ ਇੱਥੇ ਹੀ ਸੀ, ਪਰ ਇਹਨਾਂ ਨੇ ਭਗਤੀ ਕਰ ਕਰਕੇ ਇੱਥੇ ਜਿੱਥੇ ਸਿਰ ਵਿੱਚ ਵਾਲ ਘੁੰਮੇ ਹੁੰਦੇ ਹਨ, ਇੱਥੇ ਲੈ ਗਏ ਇਸ ਨੂੰ ਸਫ਼ਰ ਕਰਵਾ ਕੇ। ਇਹੀ ਮਨੁੱਖਾ ਜਨਮ ਦਾ ਕੰਮ ਹੈ। ਸਿਮਨ ਦੇ ਜ਼ੋਰ ਨਾਲ ਇਸ ਕੇਂਦਰ ਨੂੰ, ਜੀਵ ਆਤਮਾ ਨੂੰ, ਕੁੰਡਲੀ ਨੂੰ ਅਸੀਂ ਉੱਪਰ ਲੈ ਕੇ ਆਉਣਾ। ਸਿਮਨ ਦੇ ਜ਼ੋਰ ਨਾਲ ਹੀ ਆਉਣੀ ਆ। ਇੱਥੇ ਜਿੱਥੇ ਵਾਲ ਘੁੰਮੇ ਹਨ, ਇੱਥੇ ਜਦੋਂ ਆ ਜਾਂਦੀ ਹੈ, ਫਿਰ ਇਹ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਫਿਰ ਸਾਡੀ ਜੀਵ ਆਤਮਾ ਸਰੀਰ ਤੋਂ ਅਲੱਗ ਹੋਣ ਲੱਗ ਜਾਂਦੀ ਹੈ। ਪਰਮਾਤਮਾ ਸਮਝ ਲਓ ਪ੍ਰਾਪਤ ਹੋ ਜਾਂਦਾ ਹੈ। ਇਹਦੀਆਂ ਨਿਸ਼ਾਨੀਆਂ, ਕਿਉਂਕਿ ਇਹ ਜਿਹੜਾ ਸਫ਼ਰ ਕਰਦੀ ਹੈ, ਇਹ ਚੱਕਰ ਪੈਂਦੇ ਹਨ ਰਸਤੇ ਵਿੱਚ। ਚੱਕਰ ਤੋਂ ਭਾਵ ਜਿਵੇਂ ਬਾਰ ਬਰੋੜਾ ਹੁੰਦਾ। ਧੁੰਨੀ ਤੋਂ ਥੱਲੇ ਜਨਨ ਇੰਦਰੀਆਂ ਤੇ ਮੂਲ ਆਧਾਰ ਚੱਕਰ ਹੈ। ਇਹ ਉਸ ਚੱਕਰ ਤੇ ਹੈ ਸਧਾਰਨ ਬੰਦੇ ਦੀ। ਜਦੋਂ ਸਿਮਨ ਦੇ ਜ਼ੋਰ ਨਾਲ, ਜਿਵੇਂ ਅਸੀਂ ਕੋਈ ਚੀਜ਼ ਉੱਪਰ ਨੂੰ ਸਿੱਟਦੇ ਹਾਂ, ਥੱਲਿਓਂ ਪ੍ਰੈਸ਼ਰ ਨਾਲ ਚੀਜ਼ ਉੱਪਰ ਨੂੰ ਜਾਂਦੀ ਹੈ, ਧਰਤੀ ਦੇ ਖਿੱਚ ਨਾਲ ਥੱਲੇ ਨੂੰ ਆਉਂਦੀ ਆ। ਇਸੇ ਤਰ੍ਹਾਂ ਇਹ ਜਿਹੜੀ ਕੁੰਡਲਨੀ ਹੈ, ਜੀਵ ਆਤਮਾ ਹੈ, ਸਿਮਨ ਦੇ ਜ਼ੋਰ ਨਾਲ ਉੱਪਰ ਨੂੰ ਜਾਂਦੀ ਹੈ। ਜਦੋਂ ਮਾਇਆ ਦੀ ਖਿੱਚ ਪੈਂਦੀ ਹੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਅਸੀਂ ਵਰਤੋਂ ਕਰਦੇ ਹਾਂ, ਇਹ ਥੱਲੇ ਨੂੰ ਜਾਂਦੀ ਹੈ। ਥੱਲੇ ਮੂਲ ਆਧਾਰ ਚੱਕਰ ਹੈ, ਧੁੰਨੀ ਤੋਂ ਥੱਲੇ। ਜਦੋਂ ਉਸ ਨੂੰ ਇਹ ਬੰਨ੍ਹ ਕੇ ਕ੍ਰੋਸ ਕਰ ਆਉਂਦੀ ਹੈ, ਤਾਂ ਗੁਰੂ ਸਾਹਿਬ ਨਿਸ਼ਾਨੀਆਂ ਜਿਹੜੀਆਂ ਬਾਣੀ 'ਚ ਦੱਸਦੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਕਮਜ਼ੋਰ ਪੈ ਜਾਂਦੇ ਹਨ, ਬੰਦੇ ਦੇ ਨਿਸ਼ਾਨੀ ਹੋ ਜਾਂਦੀ ਹੈ। ਅੱਗੇ ਧੁੰਨੀ ਤੇ ਸ਼ਬਦ ਅਧਿਸ਼ਠਾਨ ਚੱਕਰ ਹੈ। ਇਹ ਚੱਕਰ ਨੂੰ ਜਦੋਂ ਬੰਨ੍ਹ ਕੇ ਲੰਘ ਜਾਂਦੀ ਹੈ, ਇਹ ਭੈ ਦਾ ਚੱਕਰ ਹੈ। ਤਾਂ ਮਨੁੱਖ ਨੂੰ ਭੈ ਲੱਗਣੋਂ ਹਟ ਜਾਂਦਾ, ਡਰ ਲੱਗਣੋਂ ਹਟ ਜਾਂਦਾ ਹੈ। ਨਾ ਭੈ ਕਾਹੂ ਕੋ ਦੇਤ ਨਾ, ਨਹਿ ਭੈ ਮਾਨਤ ਅਨ। ਨਾ ਬੰਦਾ ਕਿਸ ਤੋਂ ਡਰਦਾ ਨਾ ਡਰਾਉਂਦਾ, ਐਸਾ ਸੁਭਾਅ ਹੋ ਜਾਂਦਾ। ਮੂੰਹ 'ਤੇ ਗੱਲ ਕਹਿਣ ਦਾ ਹਿੰਮਤ ਪੈ ਜਾਂਦੀ ਆ। ਇਸ ਬੰਦੇ ਨੂੰ ਡਰਾ ਕੇ, ਮੌਤ ਦਾ ਡਰ ਦੇ ਕੇ, ਇਸ ਦੇ ਮਰਜ਼ੀ ਦੇ ਖਿਲਾਫ ਕੋਈ ਕੰਮ ਨਹੀਂ ਕਰਾਇਆ ਜਾ ਸਕਦਾ। ਇਹ ਭੈ ਦਾ ਚੱਕਰ ਹੈ। ਅੱਗੇ ਇਸ ਨੂੰ ਕ੍ਰੋਸ ਕਰਕੇ ਅੱਗੇ ਜਿਹੜਾ ਕੌਡੀ 'ਤੇ ਚੱਕਰ ਹੁੰਦਾ, ਇਹ ਪ੍ਰਮਾਣ ਚੱਕਰ, ਇਹ ਗਿਆਨ ਦਾ ਚੱਕਰ ਹੈ। ਇਸ ਨੂੰ ਜਦੋਂ ਕ੍ਰੋਸ ਕਰ ਜਾਂਦੀ ਹੈ, ਤਾਂ ਗੁਰਮਤਿ ਦਾ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ। ਵੈਸੇ ਮੇਰੇ ਵਰਗਾ ਜਣਾ ਖਣਾ ਆਪਣੇ ਆਪ ਨੂੰ ਗੁਰਮਤਿ ਦਾ ਗਿਆਨੀ ਸਮਝੀ ਜਾਂਦਾ। ਅਸਲ ਜਦੋਂ ਇਹ ਜੀਵ ਆਤਮਾ ਪ੍ਰਮਾਣ ਚੱਕਰ ਨੂੰ ਕ੍ਰੋਸ ਕਰਦੀ ਹੈ, ਬੰਨ੍ਹ ਕੇ ਲੰਘਦੀ ਹੈ, ਫਿਰ ਗੁਰਮਤਿ ਦਾ ਗਿਆਨ ਸ਼ੁਰੂ ਹੁੰਦਾ ਹੈ। ਜਿਉਂ-ਜਿਉਂ ਅੱਗੇ ਛਾਤੀ 'ਤੇ ਚੱਕਰ ਹੁੰਦਾ ਹੈ, ਅਨਾਹਤ ਚੱਕਰ। ਇਹ ਜਿਹੜਾ ਛਾਤੀ 'ਤੇ ਅਨਾਹਤ ਚੱਕਰ ਹੁੰਦਾ ਹੈ, ਇਸ ਦੀ ਨਿਸ਼ਾਨੀ ਜਦੋਂ ਇਸ ਨੂੰ ਕ੍ਰੋਸ ਕਰਦੀ ਹੈ, ਗੁਰੂ ਸਾਹਿਬ ਨਿਸ਼ਾਨੀ ਦੱਸਦੇ ਹਨ। ਭਗਤ ਨਾਮਦੇਵ ਜੀ ਦੀ ਬਾਣੀ ਹੈ, ਸੋਠ ਰਾਗ ਵਿੱਚ 657 ਅੰਗ 'ਤੇ। ਅਣਮਣਿਆ ਮੰਦਲ ਬਾਜੇ, ਬਿਨ ਕਨਹਰ, ਬਿਨ ਸਾਵਣ ਕਨਹਰ ਗਾਜੈ। ਬਾਦਲ ਬਿਨ ਵਰਖਾ ਹੋਈ, ਜੋ ਤਤ ਵਿਚਾਰੇ ਕੋਈ। ਮੰਦਲ ਤੋਂ ਭਾਵ ਢੋਲ। ਇਸ ਵਿਅਕਤੀ ਨੂੰ ਅੰਦਰੋਂ ਹੀ ਢੋਲ ਵੱਜਦਾ ਸੁਣਦਾ ਹੈ, ਆਪਦੇ ਅੰਦਰੋਂ ਹੀ ਕਈ ਦਿਨ ਸੁਣਦਾ ਰਹਿੰਦਾ ਹੈ।
ਜਿਵੇਂ ਕੋਈ ਸਰਾਣੇ ਖੜਾ ਢੋਲ ਵਜਾ ਰਿਹਾ। ਸਾਵਣ ਦਾ ਮਹੀਨਾ ਨਹੀਂ, ਇਸ ਨੂੰ ਬੱਦਲ ਗਰਜਦੇ ਸੁਣਦੇ ਹਨ ਅੰਦਰੋਂ ਹੀ। ਬੱਦਲ ਕਿਸੇ ਦਿਸਦਾ ਨਹੀਂ, ਇਸ ਨੂੰ ਮੀਂਹ ਪੈਣ ਦੀ ਆਵਾਜ਼ ਅੰਦਰੋਂ ਹੀ ਸੁਣਦੀ ਹੈ। ਜਿਵੇਂ ਸਮੁੰਦਰ ਦੇ ਖੜਾ ਕੰਢੇ ਖੜਾ ਛੱਲਾਂ ਵੱਜਦੀਆਂ, ਪਾਣੀ ਦੀਆਂ ਛੱਲਾਂ ਦੀ ਆਵਾਜ਼ ਅੰਦਰੋਂ ਸੁਣਦੀ ਹੈ। ਇਹੋ ਜਿਹੀਆਂ ਆਵਾਜ਼ਾਂ ਅੰਦਰੋਂ ਸੁਣਦੀਆਂ ਹਨ। ਇਹ ਨਿਸ਼ਾਨੀ ਹੋ ਜਾਂਦੀ ਹੈ ਵੀ ਇਸ ਦੀ ਜੀਵ ਆਤਮਾ ਨੇ ਅਨਾਹਦ ਚੱਕਰ ਨੂੰ ਵੀ ਕ੍ਰੋਸ ਕਰ ਦਿੱਤਾ। ਅੱਗੇ ਜੀਵ ਦੀਆਂ ਜੜ੍ਹਾਂ ਵਿੱਚ ਬੈਸੁੱਧ ਚੱਕਰ ਹੁੰਦਾ ਹੈ। ਇਸ ਨੂੰ ਜਦੋਂ ਕ੍ਰੋਸ ਕਰ ਜਾਂਦੀ ਹੈ ਤਾਂ ਜੀਵ ਜ਼ਬਾਨ 'ਤੇ ਸਿੱਧੀ ਆ ਜਾਂਦੀ ਹੈ। ਬੰਦਾ ਜੋ ਕੁਛ ਕਹਿੰਦਾ ਉਹੀ ਹੋ ਜਾਂਦਾ। ਚਿੜੀਓ ਮਰ ਜਾਓ, ਚਿੜੀਆਂ ਮਰ ਜਾਂਦੀਆਂ, ਚਿੜੀਓ ਜਿਉਂਦੀਆਂ ਹੋ ਜਾਓ, ਚਿੜੀਆਂ ਜਿਉਂਦੀਆਂ ਹੋ ਜਾਂਦੀਆਂ। ਅੱਗੇ ਚੱਕਰ ਸਾਡੇ ਇੱਥੇ ਆ ਭਵਾਂ ਦੇ ਵਿਚਾਲੇ ਆਗਿਆ ਚੱਕਰ। ਜਦੋਂ ਇਸ ਨੂੰ ਚੱਕਰ ਨੂੰ ਕ੍ਰੋਸ ਕਰਕੇ ਜੀਵ ਆਤਮਾ ਸਾਡੇ ਇੱਥੇ ਸਹਿਸਤ ਚੱਕਰ ਦੇ ਉੱਤੇ ਚਲੀ ਜਾਂਦੀ ਹੈ ਤਾਂ ਇਹ ਵਿਅਕਤੀ ਬੇਅੰਤ ਅਨੰਤ 'ਚ ਪਹੁੰਚ ਜਾਂਦਾ ਹੈ। ਇਸ ਨੂੰ ਇੰਨਾ ਆਨੰਦ ਸਮਝ ਲਓ, ਇਹ ਦੱਸ ਨਹੀਂ ਸਕਦਾ। ਇਹਨੂੰ ਇੰਨਾ ਆਨੰਦ ਆਉਂਦਾ ਹੈ ਜੀਵਨ ਦਾ, ਬੇਅੰਤ ਅਨੰਤ 'ਚ ਪਹੁੰਚ ਜਾਂਦਾ ਹੈ। ਜ਼ੁਬਾਨ 'ਚੋਂ ਜਿਵੇਂ ਗੁੰਗਾ, ਗੁਰੂ ਸਾਹਿਬ ਗੁੰਗੇ ਦੀ ਮਠਿਆਈ ਦੀ ਗੱਲ ਕਰਦੇ ਹਨ, ਜਿਵੇਂ ਗੁੰਗਾ ਮਠਿਆਈ ਖਾ ਕੇ ਨਹੀਂ ਦੱਸ ਸਕਦਾ ਸਵਾਦ, ਇਸ ਤਰ੍ਹਾਂ ਇਹ ਵਿਅਕਤੀ ਇਸ ਦਾ ਆਨੰਦ, ਆਪ ਦਾ ਆਨੰਦ ਨਹੀਂ ਦੱਸ ਸਕਦਾ ਕਿੰਨਾ ਆਨੰਦ ਹੁੰਦਾ ਹੈ। ਸੋ ਇਹ ਜੀਵ ਆਤਮਾ ਦਾ ਸਫ਼ਰ ਕਰਾ ਕੇ ਇੱਥੇ ਲੈ ਕੇ ਜਾਣੀ ਸਾਡਾ ਮਨੁੱਖਾ ਜਨਮ ਦਾ ਇਹੀ ਕਰਮ ਹੈ। ਜਿਹੜਾ ਵਿਅਕਤੀ ਇਹ ਕਰਮ 'ਚ ਸੰਪੂਰਨ ਹੋ ਗਿਆ ਉਹਦਾ ਮਨੁੱਖਾ ਜਨਮ ਸਫਲ ਹੈ। ਮੁੜ ਕੇ ਉਹਨੂੰ ਜਨਮ ਨਹੀਂ ਲੈਣਾ ਪਵੇਗਾ। ਹੱਡ ਮਾਸ ਦੇ ਸਰੀਰ ਦੀ ਉਹਨੂੰ ਕੋਈ ਲੋੜ ਨਹੀਂ ਰਹਿ ਜਾਂਦੀ। ਨਹੀਂ ਤਾਂ ਇੱਕ ਜਨਮ 10 ਦਿਨ, ਜਨਮ 100 ਜਨਮ, ਜਿੰਨੇ ਮਰਜ਼ੀ ਜਨਮ ਲਈ ਚੱਲੋ, ਜਦੋਂ ਤੱਕ ਇਹ ਕਾਰਜ ਨਹੀਂ ਹੁੰਦਾ, ਜੀਵ ਆਤਮਾ ਇੱਥੇ ਤੱਕ ਨਹੀਂ ਪਹੁੰਚਦੀ, ਉਦੋਂ ਤੱਕ ਜਨਮਾਂ ਦਾ ਗੇੜ ਸਾਡਾ ਚੱਲਦਾ ਹੀ ਰਹਿਣਾ। ਸੋ ਸਿਮਰਨ ਮਰਿਆਦਾ ਵਿੱਚ ਰਹਿ ਕੇ ਉਹੀ ਗੱਲ ਕਰੋ ਜਿਹੜੀ ਸਾਨੂੰ ਮਰਿਆਦਾ ਪਤਾ। ਜਿਹੜੇ ਕੰਮ ਦੀ ਸਾਨੂੰ ਮਰਿਆਦਾ ਨਹੀਂ ਪਤਾ ਉਹ ਕੰਮ ਨੂੰ ਹੱਥ ਨਾ ਪਾਓ। ਜਿਵੇਂ ਮੈਨੂੰ ਕੀਰਤਨ, ਮੈਂ ਕਦੇ ਹੱਥ ਨਹੀਂ ਪਾਉਂਦਾ ਕੀਰਤਨ ਨੂੰ, ਕਿਉਂਕਿ ਬਾਣੀ ਰਾਗਾਂ ਵਿੱਚ ਰਚੀ ਆ, ਮੈਨੂੰ ਕਿਸੇ ਰਾਗ ਦਾ ਗਿਆਨ ਹੀ ਨਹੀਂ। ਫਿਰ ਮੈਂ ਕੀਰਤਨ ਕਰਨ ਲੱਗਾਂਗਾ ਤਾਂ ਗਲਤ ਹੀ ਕਰਾਂਗਾ। ਸੋ ਇਸ ਕਰਕੇ ਮੈਂ ਨਿਤਨੇਮ ਕਰਕੇ ਹੀ ਉੱਥੇ ਪਹੁੰਚ ਸਕਦਾ ਹਾਂ। ਨਿਤਨੇਮ ਕਰੋ, ਬਾਣੀ ਪੜ੍ਹੋ, ਆਪਣੇ ਐਸੇ ਕਮਰੇ 'ਚ ਬੈਠੋ ਜਿੱਥੇ ਤੁਹਾਨੂੰ ਕੋਈ ਡਿਸਟਰਬ ਨਾ ਕਰੇ। ਨਿਤਨੇਮ ਕਰੋ, ਸਵੇਰੇ ਘੰਟਾ ਲਾਓ, 5 ਬਾਣੀਆਂ ਪੜ੍ਹੋ, ਬੋਲ ਕੇ ਬਾਣੀ ਪੜ੍ਹੋ। ਸ਼ਾਮ ਨੂੰ ਅੱਧਾ ਘੰਟਾ ਲਾਓ, 2 ਬਾਣੀਆਂ ਬੋਲ ਕੇ ਪੜ੍ਹੋ। ਇਹ ਨਿਤਨੇਮ ਤੋਂ ਭਾਵ ਨਿਤਨੇਮ ਰੋਜ਼ਾਨਾ ਨਾਗਾ ਨਹੀਂ ਪੈਣ ਦੇਣਾ, ਲਗਾਤਾਰ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਇਹ ਪਰਮ ਪਦ ਦੀ ਅਵਸਥਾ ਹੁੰਦੀ ਹੈ। ਸਿਮਰਨ ਕਰਨ ਲੱਗੋ। ਮਨੁੱਖਾ ਜਨਮ ਬੇਅੰਤ ਦੁਰਲੱਭ ਹੈ, ਬੇਅੰਤ ਦੁਰਲੱਭ ਹੈ। ਹੋ ਸਕਦਾ ਇਦੋਂ ਅਗਲਾ ਜਨਮ ਸਾਨੂੰ ਮਨੁੱਖਾ ਜਨਮ ਨਾ ਮਿਲੇ, ਕਿਸੇ ਹੋਰ ਜੂਨੀ ਚਲੇ ਜਾਈਏ। ਆਪਦੇ ਮਨ 'ਚ ਡਰ ਬਿਠਾਓ, ਸਿਮਰਨ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠੋ, ਨਿਤਨੇਮ ਕਰੋ, ਬਾਣੀ ਪੜ੍ਹੋ, ਮਰਿਆਦਾ 'ਚ ਰਹੋ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਜਿਵੇਂ ਡਰਾਈਵਰ ਹੈਂਡਲ ਫੜਦਾ ਗੱਡੀ ਦਾ, ਜੇ ਹੈਂਡਲ ਛੱਡ ਦੇਵੇ, ਸਟੇਅਰਿੰਗ ਛੱਡ ਦੇਵੇ, ਐਕਸੀਡੈਂਟ ਹੋ ਜਾਂਦਾ। ਇਹ ਪੰਕਤੀ ਸਮਝ ਲਓ ਸਟੇਅਰਿੰਗ ਵਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ। ਦੂਸਰੀ ਪੰਕਤੀ ਜਿਹੜੀ, ਇਸ ਦੇ ਹਿਤੇ ਜੋ ਰਹੇ ਅਲਪਤਾ ਤੇ ਜਨ ਕੀ ਪੂਰਨ ਘਾਲੀ ਗਏ, ਇਹ ਪੰਕਤੀ ਪਰਮਾਤਮਾ ਪ੍ਰਾਪਤ ਹੋਣ ਦੀ ਨਿਸ਼ਾਨੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ। ਬੇਅੰਤ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।